ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਝਾੜ, ਅਦਾਲਤ ਨੇ ਕਿਹਾ ਅੰਦੋਲਨ 'ਚ ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਨੇ, ਸਰਕਾਰ ਕਾਨੂੰਨਾਂ ਤੇ ਰੋਕ ਲਾਏਗੀ ਜਾਂ ਫਿਰ ਕੋਰਟ ਕਰੇ ਕੋਈ ਹੁਕਮ ਜਾਰੀ। ਗਾਇਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੇ ਕਸੂਤੀ ਕਰੀ ਕੈਪਟਨ ਸਰਕਾਰ, ਕਿਸਾਨ ਜਥੇਬੰਦੀਆਂ ਨੇ ਦਿੱਤੀ ਸਰਕਾਰ ਨੂੰ ਚੇਤਾਵਨੀ, ਅੰਦੋਲਨ ਦੇ ਹੱਕ 'ਚ ਗੀਤ ਗਾਉਣ ਵਾਲੇ ਕਲਾਕਾਰਾਂ ਤੇ ਪਰਚੇ ਦਰਜ ਕਰਨ ਤੋਂ ਗੁਰੇਜ਼ ਕਰੇ ਸਰਕਾਰ, ਨਹੀਂ ਤਾਂ ਨਤੀਜੇ ਭੁਗਤਣ ਲਈ ਰਹੇ ਤਿਆਰ। ਬਜ਼ੁਰਗ ਮਹਿੰਦਰ ਕੌਰ ਤੇ ਟਿੱਪਣੀ ਕਰ ਬੁਰੀ ਫਸੀ ਕੰਗਨਾ ਰਣੌਤ, ਬੇਬੇ ਨੇ ਅੱਜ ਅਦਾਲਤ 'ਚ ਕੰਗਨਾ ਰਣੌਤ ਖਿਲਾਫ ਦਰਜ ਕਰਵਾਏ ਬਿਆਨ। 14 ਜਨਵਰੀ ਨੂੰ ਅਗਲੀ ਸੁਣਵਾਈ ਮੌਕੇ ਹੋ ਸਕਦਾ ਕੰਗਨਾ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦਾ ਐਲਾਨ, 26 ਜਨਵਰੀ ਨੂੰ ਭਾਜਪਾ ਮੰਤਰੀਆਂ ਨੂੰ ਨਹੀਂ ਲਹਿਰਾਉਣ ਦਿੱਤਾ ਜਾਵੇਗਾ ਝੰਡਾ। ਇਨੈਲੋ ਵਿਧਾਇਕ ਅਭੈ ਸਿੰਘ ਚਟਾਲਾ ਵੀ ਕਿਸਾਨਾਂ ਦੇ ਹੱਕ 'ਚ ਉਤਰੇ, ਖੇਤੀ ਕਾਨੂੰਨ ਵਾਪਸ ਨਾ ਲੈਣ ਤੇ ਅਸਤੀਫਾ ਦੇਣ ਦੀ ਆਖੀ ਗੱਲ। ਅਤੇ ਕਿਸਾਨ ਅੰਦੋਲਨ ਦੀ ਵੱਡੀ ਜਿੱਤ, ਅੰਬਾਨੀ ਤੋਂ ਬਾਅਦ ਅਡਾਨੀ ਨੇ ਵੀ ਵੱਟਿਆ ਕੰਟਰੈਕਟ ਫਾਰਮਿੰਗ ਤੋਂ ਪਾਸਾ। ਅਡਾਨੀ ਦੀ ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਭਵਿੱਖ 'ਚ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ। ਤੇ ਹੁਣ ਖਬਰਾਂ ਦਾ ਵਿਸਥਾਰ। ਸੁਪਰੀਮ ਕੋਰਟ ਨੇ ਸੋਮਵਾਰ ਨੂੰ 3 ਖੇਤੀ ਕਾਨੂੰਨਾਂ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਸੰਬੰਧਿਤ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ ਦੀ ਚੰਗੀ ਝਾੜ-ਝੰਬ ਕੀਤੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਅੰਦੋਲਨ 'ਚ ਕਿਸਾਨਾਂ ਦੀ ਜਾਨ ਜਾ ਰਹੀ ਹੈ, ਅਜਿਹੇ 'ਚ ਸਰਕਾਰ ਇਹਨਾਂ ਕਾਨੂੰਨਾਂ ਤੇ ਰੋਕ ਲਾਏਗੀ ਜਾਂ ਫਿਰ ਅਦਾਲਤ ਕੋਈ ਹੁਕਮ ਜਾਰੀ ਕਰੇ। ਅਦਾਲਤ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ, ਉਸ ਤੋਂ ਉਹ ਬੇਹੱਦ ਨਿਰਾਸ਼ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਇਹ ਕਹਿੰਦਿਆਂ ਅਫਸੋਸ ਹੈ ਕਿ ਕੇਂਦਰ ਇਸ ਸਮੱਸਿਆ ਤੇ ਕਿਸਾਨ ਪ੍ਰਦਰਸ਼ਨਾਂ ਦਾ ਕੋਈ ਹੱਲ ਨਹੀਂ ਕੱਢ ਸਕੀ। ਅੱਜ ਸੁਣਵਾਈ ਹੋਈ ਹੈ, ਵੱਖੋ-ਵੱਖ ਪਟੀਸ਼ਨਾਂ ਪਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ। ਹਾਲਾਂਕਿ ਇਹ ਵੀ ਨਜ਼ਰਾਂ ਸਭ ਦੀਆਂ ਉੱਤੇ ਬਣੀਆਂ ਹੋਈਆਂ ਸੀਗੀਆਂ ਕਿ ਵਾਕਈ ਹੀ ਕਿਸਾਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਸੁਪਰੀਮ ਕੋਰਟ ਵੀ ਸਮਝ ਪਾਏਗੀ ਜਾਂ ਨਹੀਂ ਸਮਝ ਪਾਏਗੀ। ਸਾਡੇ ਨਾਲ ਸੀਨੀਅਰ ਵਕੀਲ ਏਪੀ ਸਿੰਘ ਹੋਣੀ ਮੌਜੂਦ ਨੇ। ਤਾਂ ਲੱਗਦਾ ਹੈ ਜੋ ਹੀ ਪਬਲਿਕ सेंटीमेंट्स ਜਿਹੜੇ ਹੈਗੇ ਆ वो भी मद्देनजर रखे गए हैगे ने, तो उसी के मद्देनजर आज सुनवाई हुई। आज सुप्रीम कोर्ट में पब्लिक सेंटीमेंट देखिए, जब मैंने कहा कि 65 मौतें हो चुकी हैं, बारिश हुई, 15 साल का रिकॉर्ड दिल्ली का टूटा, इतनी ठंड नहीं पड़ी जितना आप पड़ी, बारिश भी हो रही है, उसमें भी बैठे हुए 65 मौतें हो चुकी हैं, उनमें कुछ ने तो सुसाइड किया है, आत्महत्याएं की हैं। तो ऐसे में अगर आप समस्या का समाधान नहीं करेंगे, अटॉर्नी जनरल सरकार समस्या का समाधान नहीं करेगी तो विसंगति फैलेगी। उन्होंने इसीलिए कहा कि हम इस पर स्टे लगाएंगे जिससे कानूनों पर रोक लग सके। रोक लगेगी तभी आगे कमेटी बनेगी। कमेटी में रिटायर्ड जस्टिस होंगे जो इससे जुड़े हुए हों। हमने यही मांग की कमेटी में वो लोग रखे जाएं जो किसानी खेती से जुड़े हुए हैं, जिन्होंने वर्षा, गर्मी, सर्दी को देखा हो, खेतों की फसल को देखा हो, जो पानी में पहुंचे हों, जो रातों में फसल की कटाई में पहुंचे हों, जिन्होंने एसी वातावरण में बैठ के कानूनों के लिए, किसानों के लिए कानून नहीं बनाए जा सकते हैं। तो ऐसी स्थिति में ये कानून खत्म होने चाहिए। कमेटी बनाए, कमेटी आगे बात रखे, फिर वो कमेटी सुप्रीम कोर्ट में अपनी बात रखे, फिर आगे प्रोसीड हो। तब तक इन कानूनों को पूरी तरह से रोक लगा दिया जाए। एपी सिंह जी, बात की जाए आज की सुनवाई की तो बड़ी मैराथन हम कह सकते हैं। ये पूरी सुनवाई हुई है ना, लंच भी नहीं किया गया। सुबह से आप देख रहे हैं, सुबह से प्रोसीडिंग शुरू हुई, लंच भी नहीं हुआ और अब तक प्रोसीडिंग लगातार चली है। ये सबसे अच्छी बात रही कि सुप्रीम कोर्ट किसानों के आंदोलन से संबंधित है, जानती है, समझना चाह रही है और उस बात को पूरी तरह से कर रही है, लागू कर रही है। तो क्या लगता है अब जब सुप्रीम कोर्ट ने कहा है कि इसको होल्ड कर देते हैं, तो इससे आपको क्या लगता है अगर कमेटी भी बना ली जाएगी तो लगता है इससे हल जो है वो निकल पाएगा? क्योंकि किसान कह रहे हैं कि हमने तो इसको रद्द करवाना है, रद्द करवा के ही हम वापस जाएंगे। अगर सुप्रीम कोर्ट कहती है कि ये आंदोलन को खाली किया जाए, यहाँ पे हटा जाए। सुप्रीम कोर्ट ऐसा नहीं करे कि हम स्टे कर देंगे तो आंदोलन खाली कर दीजिए। स्टे करने से कमेटी बने, कमेटी के सामने किसान अपनी बात रखें और कमेटी काले कहते हैं कि किसान कानून खत्म है, गलत है तो खत्म होने चाहिए। क्या प्रॉब्लम है? जब 200 कानून खत्म हुए पीछे मोदी जी की सरकार ने, तो इनमें से 203 भी खत्म हो जाएंगे। तो ये बात बोली है कि जब तक ये कमेटी कोई फैसला ना सुना दे दोनों पक्ष का तय होकर, तब तक ये होल्ड पे ही रहे। हाँ, तब तक होल्ड पे रहे, तब तक। केंद्र की बात की जाए, केंद्र की तरफ से जो सॉलिसिटर जनरल थे उनकी तरफ से क्या दलीलें दी गई? और अटॉर्नी जनरल ने यही कहा कि आप आर्डर पास मत करिए, 26 जनवरी को क्या होगा, गणतंत्र दिवस पर 2000 ट्रैक्टर आ जाएंगे। अरे तो ट्रैक्टर तो देश के लोगों के हैं, कोई आतंकवादियों के ट्रैक्टर तो वो वही तो ट्रैक्टर हैं जो दिल्ली वाले भेजते हैं। तो कह रहे हम देश का झंडा लगाकर, झंडा लगा के हर आंदोलन में देश का झंडा तिरंगा, राष्ट्रीय ध्वज राष्ट्रीय संसद भवन हो या सुप्रीम कोर्ट हो, तब लहराता है जब इस देश के किसानों के जवान बेटे शहीद होते हैं सीमाओं पे जाकर। पंजाब के पूछिए जाके कितने जवानों के बेटे शहीद हुए, खेतों में मूर्तियां लगी, किसी अडानी अंबानी की मूर्ति लगी है कि
नहीं, उनके ऑफिस में लगी हुई है किसी की मूर्ति। ये देश कृषि प्रधान देश है, मल्टीनेशनल कंपनी और अडानी अंबानी प्रधान नहीं है। कहा कि राजपथ जो है वो तोड़ने की तैयारी में है, ये राजपथ तोड़ेंगे, तो उसके ऊपर क्या दलील? ऐसा नहीं है, वो गलत कह रहे हैं, मिसगाइड कर रहे हैं आंदोलन को। कोई जिन्होंने 65 मौतें देखी हैं, वो 65 मौतों ने मारे किसी को? खुद मर गए। जो खुद शहीद हो जाते हैं दूसरों को नहीं मारते हैं। एक जो किसान की तरफ से एक वकील वो भी आए हुए थे, जिन्होंने कहा कि हम उनका पक्ष रखते हैं, जो कह रहे हैं कि ये कानून अच्छे हैं, तो कहते हैं हमारी भी बात सुनी जाए। वो भी वो कोई देश की बात है। कुछ लोगों के कहने से कुछ व्यापारियों ने कुछ ऐसे भेज दिए हैं संगठन के नाम पर कह के कि ये बात रख रहे, ये गलत है। देश का किसान, पूरे देश का किसान एक है, सभी किसान यूनियन एक है, सब एक साथ मिलकर इन काले कानूनों का विरोध कर रहे हैं। कल भी सुनवाई अब होगी? नहीं, कल सुनवाई नहीं, ऑर्डर पास होगा। जब ऑर्डर पास होगा तो आगे प्रोसीड होगा। पहले ऑर्डर पता चलेगा, पार्टली ऑर्डर होगा, आज स्टे पे ऑर्डर होगा, कल कमेटी गठन पे होगा, उसके बाद आगे आगे ऑर्डर होगा, तब तक ऑर्डर होगा। और शांति बनाए रखने की अपील की। और चीफ जस्टिस ऑफ इंडिया ने एक और बात कही कि बुजुर्गों, वृद्धों और इनको आंदोलन से दूर रखें। तो उन्होंने कहा, हम लोगों ने कहा एश्योर किया कोर्ट को, हम अपने यूनियन, अपने संगठन, अपने क्लाइंट से जो भी हम उनसे बात करेंगे कि आप इनमें बुजुर्ग हैं, वृद्ध हैं, बीमार हैं, उनको आंदोलन। ये भी चीज बोले कि 8 मीटिंग हो चली है, अभी तक आपने क्या हल निकाला है? सबसे पहले सुप्रीम कोर्ट चीफ जस्टिस ऑफ इंडिया ने आज यही कहा, जब हम लोगों ने कहा इतने मीटिंग हो चुकी, क्या पर्पज, तो उन्होंने कहा हाँ बताइए, आप अटॉर्नी जनरल बताएं, भारत सरकार बताए, यूनियन ऑफ इंडिया बताए कि 8 बार हो चुका, क्यों नहीं हुआ? इसका मतलब कैपेबल नहीं है क्या? हमारी कैबिनेट कैपेबल नहीं? कैबिनेट कैपेबल है। मोदी जी की सरकार जब कैपेबल है, जब हर क्षेत्र में कैपेबल है, तो किसानों के लिए कैपेबल क्यों नहीं है? सबका साथ सबका विकास में किसान क्यों अलग कर दिए जाएंगे? किसानों को भी एक साथ रखना चाहिए। ठीक है। तो आखिरी मेरा सवाल को ये भी तथ्य रखा गया कि हिंसा हो रही है, क्योंकि हरियाणा में कल जो तस्वीर सामने आई, तो ये ऐसी कोई बात उनकी तरफ से? किसान के साथ मजाक करोगे तो हिंसा नहीं, बहुत कुछ हिंसा होगी। किसान के साथ मजाक मत करिए। ये किसान के साथ आप मजाक कर रहे हैं 8-8 बार वार्ता करके, मजाक नहीं चलेगी। किसान सीरियस ले रहा है, किसान बात सबको छोड़े बैठा है, किसान मौतें गिर रहा है, किसान के परिवार के लोग बैठे हैं, किसान स्टैंड में बैठे हैं, लोग कमरों की खिड़कियां बंद कर लेते हैं, वो तो सड़क पर बैठे हैं। आप उनकी भावनाओं को, दर्द को जरा सोचिए। आप यहाँ इस अपने पे सोच के सोचिए, किस तरह से वो लोग अपने हक के लिए कर रहे हैं। वो कोई राजनीति नहीं है, वो कोई क्षेत्र, भाषा, संप्रदाय, जाति से नहीं संबंधित है, वो किसी राजनीतिक दल से संबंधित नहीं है, वो किसी प्रदेश की बात नहीं कर रहे हैं। सबका साथ, सबका विकास, और सब उसमें किसान भी शामिल हो, ये जरूरी है। बहुत बहुत धन्यवाद। ਤਾਂ ਏਪੀ ਸਿੰਘ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਈ ਉਸ ਦੇ ਉੱਤੇ ਸਾਰੀ ਗੱਲ ਜਿਹੜੀ ਹੈਗੀ ਹੈ, ਸਾਰੀ ਦਲੀਲਾਂ, ਸਾਰੇ ਪੱਖ ਜਿਹੜੇ ਅੰਦਰ ਹੋਏ, ਉਸ ਦੇ ਉੱਤੇ ਇਹਨਾਂ ਦੇ ਵੱਲੋਂ ਜੋ ਜਾਣਕਾਰੀ ਹੈਗੀ ਹੈ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਤਾਂ ਇਹ ਤਸਵੀਰ ਅੱਜ ਸੁਪਰੀਮ ਕੋਰਟ ਦੇ ਵਿੱਚ ਬਣੀ ਹੈ, ਜਿੱਥੇ ਕੇਂਦਰ ਦੀ ਸਰਕਾਰ ਨੂੰ ਪਹਿਲਾਂ ਹੀ ਸਿੱਧਾ ਸਵਾਲ ਇਹੀ ਪੁੱਛਿਆ ਗਿਆ ਕਿ ਤੁਸੀਂ 8 ਮੀਟਿੰਗਾਂ ਕਰ ਚੁੱਕੇ ਹੋ, 8 ਮੀਟਿੰਗਾਂ ਦੇ ਵਿੱਚੋਂ ਕੀ ਸਿੱਟਾ ਨਿਕਲਿਆ ਹੈਗਾ? ਅਜੇ ਤੱਕ ਕੋਈ ਵੀ ਗੱਲਬਾਤ ਜਿਹੜੀ ਹੈਗੀ ਹੈ ਕਿਉਂ ਨਹੀਂ ਤਣਪਤਨ ਲੱਗੀ ਹੈਗੀ? ਤਾਂ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਕੈਪੇਬਲ ਹੋ ਜਾਂ ਨਹੀਂ ਹੋ, ਇਸ ਦੇ ਉੱਤੇ ਵੀ ਜਵਾਬ ਜਿਹੜਾ ਹੈਗਾ ਉਹ ਮੰਗਿਆ ਗਿਆ। ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਨਾਲ ਕੈਪਟਨ ਸਰਕਾਰ ਕਸੂਤੀ ਘਿਰਦੀ ਨਜ਼ਰ ਆ ਰਹੀ ਹੈ। ਇਸ ਮਾਮਲੇ 'ਚ ਪਹਿਲਾਂ ਪੰਜਾਬ ਦੇ ਨਾਮੀ ਗਾਇਕਾਂ ਨੇ ਸਰਕਾਰ ਦੀ ਨੀਅਤ ਤੇ ਸਵਾਲ ਚੁੱਕੇ ਅਤੇ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ। ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਮੁਤਾਬਕ ਅੰਦੋਲਨ ਦੇ ਹੱਕ 'ਚ ਗੀਤ ਲਿਖਣ ਜਾਂ ਗਾਉਣ ਵਾਲੇ ਕਿਸੇ ਵੀ ਕਲਾਕਾਰ ਤੇ ਜੇਕਰ ਸਰਕਾਰ ਨੇ ਪਰਚਾ ਦਰਜ ਕੀਤਾ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਨੇ ਸਰਕਾਰ ਨੂੰ ਇਸ ਦੇ ਲਈ ਨਤੀਜੇ ਭੁਗਤਣ ਦੀ ਵੀ ਚੇਤਾਵਨੀ ਦਿੱਤੀ ਹੈ। ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਕੈਪਟਨ ਸਰਕਾਰ ਲਈ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਪੰਜਾਬੀ ਸਿੰਗਰ ਰਣਜੀਤ ਬਾਵਾ ਤੇ ਐਮੀ ਵਿਰਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਨੇ। ਉਧਰ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਇਸ ਮੁੱਦੇ ਉੱਤੇ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਮੁਤਾਬਕ ਅੰਦੋਲਨ ਦੇ ਹੱਕ ਵਿੱਚ ਗੀਤ ਲਿਖਣਾ ਜਾਂ ਗਾਉਣ ਵਾਲੇ ਕਿਸੇ ਵੀ ਕਲਾਕਾਰ ਉੱਤੇ ਜੇਕਰ ਸਰਕਾਰ ਨੇ ਪਰਚਾ ਦਰਜ ਕੀਤਾ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਾਇਕਾਂ ਖਿਲਾਫ ਧਾਰਾ 307 ਦੇ ਪਰਚੇ ਦਰਜ ਕਰਨਾ ਜ਼ਬਰ ਤੇ ਜ਼ੁਲਮ ਦੀ ਨਿਸ਼ਾਨੀ ਹੈ। ਹਰਨੇਕ ਸਿੰਘ ਮਹਿਮਾ ਨੇ ਅੱਗੇ ਕਿਹਾ ਕਿ ਭਾਜਪਾ ਆਗੂਆਂ ਦੇ ਘਰਾਂ ਬਾਹਰ ਗੋਹਾ ਸੁੱਟਣ, ਭਾਜਪਾ ਆਗੂਆਂ ਦਾ ਸਮਾਜਿਕ ਬਾਈਕਾਟ ਕਰਨ ਵਾਲੇ ਨੌਜਵਾਨਾਂ ਅਤੇ ਗਾਇਕਾਂ ਉੱਤੇ ਕਿਸੇ ਵੀ ਕਿਸਮ ਦੀ ਪੁਲਿਸੀਆ ਕਾਰਵਾਈ ਦਾ ਉਹ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਗਾਇਕ ਸ਼੍ਰੀ ਬਰਾੜ ਉੱਤੇ ਦਰਜ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਕਿ पंजाब की जो सरकार है वो गीतकारों पे दमन कर रही है, गीत लिखने वालों पे देशद्रोह के पर्चे दर्ज कर रही है, 307 के पर्चे दर्ज कर रही है। हम नोटिस देना चाहते हैं पंजाब सरकार को कि इस कार्रवाई को फौरन रोके। ये चीज किसान जथेबंदियां कतई बर्दाश्त नहीं करेंगी। हम लोग जो किसान संगठन की सपोर्ट करने वाले गीतकार हैं उन पर किया हुआ कोई भी दमन सहन नहीं करेंगे, उसका मुंह तोड़ जवाब देंगे। सो हम
पंजाब सरकार से अपील करते हैं, किसी भी बीजेपी अकाली के घर के सामने कोई कूड़ा फेंकने वाला, किसी की जमीन ठेके नहीं लेने वाले की कॉल देने वाला, किसी को गांव में नहीं घुसने देने की कॉल करने वाला, कोई गीत लिखने वाला गीतकार, किसी पर भी किसी भी किस्म का नाजायज केस दर्ज किया, कोई पर्चा दर्ज किया, किसी की गिरफ्तारी की, किसी पर किसी भी किस्म का दमन किया तो हम उसका विरोध करेंगे, हम डट के विरोध करेंगे, उसका मुंह तोड़ जवाब देंगे। कांग्रेस की सरकार को, पंजाब सरकार को आने वाले दिनों में इस गलती का खमियाजा भुगतना पड़ेगा। सो हम चेतावनी देते हैं कैप्टन अमरिंदर सिंह को, उसकी सरकार को, कि इन बातों से पीछे हट जाए। कतई भी किसी भी गीतकार को, गीतकार का डेमोक्रेटिक हक है, वो अपनी बात कह सकता है, गीत लिख सकता है, किसी भी किस्म का गीत लिख सकता है। और हमने सुना है वो गीत कतई भी ऐसा नहीं है कि उसके किसी की धार्मिक भावनाएं या कोई और किसी भी किस्म का दंगा भड़कने की कोई ऐसी बात नहीं है। गीत किसी भी तरीके से ऐसा नहीं है कि उस पर कोई केस दर्ज किया जाए। सो उस गीत पर किया हुआ के गीतकार पर किया हुआ केस फौरन रद्द किया जाए, फौरन उस FIR को रद्द किया जाए, दूसरे नौजवानों पर किए गए केस रद्द किए जाए, गिरफ्तार किए गए किसान को रिहा किया जाए, ये हमारी मांग है। ਹਰਨੇਕ ਸਿੰਘ ਮਹਿਮਾ ਨੇ ਇਸ ਵਾਰ 26 ਜਨਵਰੀ ਦੀ ਪਰੇਡ ਇਤਿਹਾਸਿਕ ਹੋਣ ਦਾ ਦਾਅਵਾ ਕੀਤਾ ਹੈ। ਉਹਨਾਂ ਮੁਤਾਬਕ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਇੱਕ ਪਾਸੇ ਫੌਜ ਦੇ ਟੈਂਕ ਚੱਲਣਗੇ ਅਤੇ ਦੂਜੇ ਪਾਸੇ ਕਿਸਾਨਾਂ ਦੇ ਟਰੈਕਟਰਾਂ ਦੀ ਪਰੇਡ ਹੋਵੇਗੀ। ਉਹਨਾਂ ਕਿਹਾ ਕਿ ਦਿੱਲੀ ਦੇ ਬਾਰਡਰ ਉੱਤੇ ਇਸ ਵੇਲੇ ਲੱਖਾਂ ਟਰੈਕਟਰ ਟਰਾਲੀਆਂ ਮੌਜੂਦ ਨੇ। 26 ਜਨਵਰੀ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਤੋਂ ਹੋਰ ਟਰੈਕਟਰ ਟਰਾਲੀਆਂ ਵੀ ਪਹੁੰਚ ਰਹੀਆਂ ਨੇ। ਇਸ ਦੇ ਨਾਲ ਹੀ ਉਹਨਾਂ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ इस ट्रैक्टर मार्च में भाग लेने की अपील की है। 26 जनवरी को ये जो हमारा किसान संगठन ऑल इंडिया का बना हुआ है, उसकी कॉल है कि 26 जनवरी को जब हिंदुस्तान की जो फौज है, आर्मी है, एयरफोर्स है, नेवी है, वो दिल्ली में परेड करेगी तो जय जवान जय किसान का जो नारा है, तो आर्मी के साथ किसान भी परेड करेगा। तो 26 जनवरी को दिल्ली में जो परेड होगी, पिछले 60 साल से ऊपर जो परेड हो रही है, ये जो परेड होगी सबसे अनोखी परेड होगी, सबसे अलग परेड होगी। तो हम पूरे हिंदुस्तान को ये न्योता देंगे कि इस परेड में शामिल हो, अपना अपना व्हीकल लेके, अपना ट्रैक्टर, ट्रॉली, बैल, गाड़ी जो भी ला सकते हैं इस परेड में लेके आए। ये परेड हम लोग किसान लोग परेड करेंगे, ये किसानों की परेड होगी, ये अनोखी परेड होगी, ये ऐतिहासिक परेड होगी जो आज तक नहीं हुई है। आज तक इस परेड में अदानी अंबानी जैसे लोगों को न्योता मिलता रहा है। तो आज इस बार 26 जनवरी 2021 को जो परेड होगी वो किसानों की परेड होगी। किसान दिल्ली में परेड करेंगे। जो किसान दिल्ली में डटे हुए हैं उनके पास लाखों ट्रैक्टर हैं, लाखों ट्रैक्टर हरियाणा से और आएंगे, पंजाब से और आएंगे। हम मांग करते हैं यूपी, महाराष्ट्र और जहां जहां से भी ट्रैक्टर, ट्रॉली, बैल, गाड़ी जो भी आ सकता है किसानों की, वो लेके आए। 26 जनवरी को हम लोग दिल्ली में किसान परेड करेंगे और बड़ी ऐतिहासिक किसान परेड करेंगे। इन कानूनों को रद्द करने के लिए वो परेड है जो मील का पत्थर साबित होगी, मील का पत्थर वो बनेगी इन कानूनों को रद्द करने के लिए। ਇਸ ਦੇ ਨਾਲ ਹੀ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਆਪਣੀ ਮੰਗ ਉੱਤੇ ਕਾਇਮ ਪੰਜਾਬ ਨਾਲ ਸੰਬੰਧਿਤ 32 ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਗੈਰ ਰਸਮੀ ਕਮੇਟੀ ਬਣਾਉਣ ਅਤੇ ਦੋਵਾਂ ਧਿਰਾਂ ਦੇ ਸੁਪਰੀਮ ਕੋਰਟ ਵਿੱਚ ਜਾਣ ਦੇ ਦਿੱਤੇ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ। ਹਰਨੇਕ ਸਿੰਘ ਮਹਿਮਾ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਇਸ ਫੈਸਲੇ ਉੱਤੇ ਰਸਮੀ ਮੁਹਰ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸੁਪਰੀਮ ਕੋਰਟ ਖੇਤੀ ਕਾਨੂੰਨਾਂ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਉੱਤੇ ਅੱਜ ਸੁਣਵਾਈ ਕਰ ਰਹੀ ਹੈ। ਫਿਲਮ ਅਦਾਕਾਰਾ ਕੰਗਣਾ ਰਣੌਤ ਤੇ ਮਾਣਹਾਨੀ ਦਾ ਕੇਸ ਕਰਨ ਵਾਲੀ ਬਜ਼ੁਰਗ ਬੇਬੇ ਮਹਿੰਦਰ ਕੌਰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਅਤੇ ਕੰਗਣਾ ਖਿਲਾਫ ਆਪਣੀ ਗਵਾਹੀ ਦਿੱਤੀ। ਬੇਬੇ ਮਹਿੰਦਰ ਕੌਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਦੇਸ਼ ਦੀ ਨਿਆਂ ਵਿਵਸਥਾ ਤੇ ਪੂਰਾ ਭਰੋਸਾ ਹੈ ਅਤੇ ਉਮੀਦ ਹੈ ਕਿ ਅਦਾਲਤ ਤੋਂ ਇਨਸਾਫ ਜ਼ਰੂਰ ਮਿਲੇਗਾ। ਬੇਬੇ ਨੇ ਕਿਹਾ ਕਿ ਕੰਗਣਾ ਰਣੌਤ ਕਾਰਨ ਉਹਨਾਂ ਦੀ ਬਹੁਤ ਬਦਨਾਮੀ ਹੋਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 14 ਜਨਵਰੀ ਨੂੰ ਹੋਵੇਗੀ। ਬੇਬੇ ਦੇ ਵਕੀਲ ਮੁਤਾਬਕ ਅਗਲੀ ਸੁਣਵਾਈ ਤੇ ਕੰਗਣਾ ਰਣੌਤ ਨੂੰ ਸਮਨ ਜਾਰੀ ਕੀਤੇ ਜਾ ਸਕਦੇ ਨੇ। ਇੱਕ ਤਾਂ
ਉਹਨੇ ਕਿਸਾਨਾਂ ਦੀ ਨਿੰਦਿਆ ਕਰੀ ਹੈ, ਉਹਨਾਂ ਤੇ ਥੁੱਕਿਆ ਹੈ, ਉਹਨਾਂ ਦੇ ਦੁੱਖ ਨੂੰ ਨਹੀਂ ਵੇਖਿਆ ਵੀ ਇਹ ਦੁਖੀ ਹੈ, ਮਜ਼ਾਕ ਕਰਤਾ। ਫਿਰ ਮੈਨੂੰ ਏਡੀ ਬੁੜੀ ਨੂੰ ਆਖਤਾ ਕਿ 100 ਰੁਪਇਆ ਲੈ ਕੇ ਆਉਂਦੀ ਹੈ, ਉਹ ਵੀ ਮਜ਼ਾਕ ਕਰਿਆ। ਤੇ ਕਿਸਾਨਾਂ ਦੀ ਜਾਂ ਮੇਰੀ ਕਿੰਨੀ ਨਿੰਦਿਆ ਹੋਈ ਕਿ ਗਾਹਾਂ ਮੈਨੂੰ ਘਰੇ ਆਈ ਨੂੰ ਵੜ ਨੂੰ, ਮੇਰੇ ਬਾਲ ਬੱਚੇ ਘਰੇ ਨਾ ਵੜ ਦੇਣ, ਆਖਣ ਬੜਾ ਦੁੱਖ ਵਡਾਉਣ ਗਈ ਹੈ ਤੇ ਤੂੰ ਸਾਨੂੰ ਲਾਂਭਾ ਲਈ, ਕੁੜਮਾ ਜੁੜਮਾ ਵਾਲੀ, ਧੀਆਂ ਜਵਾਈਆਂ ਵਾਲੀ, ਦੋਤੇ ਦੋਤੀਆਂ ਵਾਲੀ, ਵੀ ਸਾਡਾ ਤੂੰ ਇਸ ਤਰ੍ਹਾਂ ਨਿੰਦਿਆ ਕਰਤੀ ਤੇ ਸਾਨੂੰ ਲੀਕ ਲਾਤੀ ਵੀ ਸਾਡੇ ਤਾਂ ਬੱਚਿਆਂ ਦੇ ਵੀ ਅਸੀਂ ਕੀ ਤਾਂ ਪੜ੍ਹਾਈ ਕਰੀਏ। ਸਕੂਲ 'ਚ ਬੱਚੇ ਦੂਜੇ ਹੱਸਦੇ ਸੀ, ਨਾਨੀ ਇਹ ਜੀ ਕੋਰਟ ਹੀ ਦੇਊਗੀ ਸਜ਼ਾ, ਹੋਰ ਕੌਣ ਦੇਊਗਾ? ਜਾਂ ਰੱਬ ਦੇਊਗਾ ਭਾਈ, ਉਹਨੂੰ ਹੁਕਮ ਹੋਊਗਾ। ਵਿਸ਼ਵਾਸ ਹੈਗਾ ਤੇ ਉਹ ਕੁਰਸੀਆਂ ਕਾਹਦੀ ਖਾਤਰ ਨਹੀਂ, ਵਿਸ਼ਵਾਸ ਖਾਤਰ ਤੇ ਨਿਆਂ ਕਰਨ ਦੀ ਖਾਤਰ ਕੁਰਸੀ ਦਿੱਤੀ ਹੈ, ਨਿਆਂ ਕਰਨ ਦੀ ਖਾਤਰ। ਰੱਬ ਕਰੂ ਤੇ ਚਾਹੇ ਜੱਜ ਕਰੂ, ਪਰਮਾਤਮਾ ਤਾਂ ਨਹੀਂ ਕਿਤੇ ਉਹਲਾ ਰੱਖ ਸਕਦਾ। ਉੱਥੇ ਨਾ ਸਿਫਾਰਿਸ਼ ਹੈ ਪਰਮਾਤਮਾ ਦੇ ਘਰ, ਨਾ ਉੱਥੇ ਵਾਢੀ ਹੈ, ਨਾ ਉੱਥੇ ਵੋਟ ਪੈਂਦੀ ਹੈ। ਇਹ ਤਾਂ ਅਦਾਲਤਾਂ 'ਚ ਅਮਲਾਂ ਤੇ ਹੋਣਗੇ ਨਿਮੇੜੇ ਤੇ ਜਾਤ ਕਿਸੇ ਪੁੱਛਣੀ ਨਹੀਂ। ਉਹ ਤਾਂ ਅਮਲ ਨਾ ਮਹਾਰਾਜ ਨੇ ਜਿੱਦਾਂ ਇੱਥੇ ਭੇਜੇ ਆ, ਉਹਦੇ ਮਹਾਰਾਜ ਨੇ ਲਿਖ ਕੇ ਦਿੱਤੇ ਹੈ। ਜੇ ਕਿਸਾਨਾਂ ਦੇ ਮਸਤਕ ਜਾਇਦਾਦਾਂ ਲਿਖੀਆਂ ਤੇ ਸਰਕਾਰਾਂ ਕੌਣ ਹੈ ਖੋਹਣ ਵਾਲੀਆਂ? ਅੱਜ ਸਰ ਕੋਰਟ ਦੇ ਵਿੱਚ ਕੰਗਨਾ ਰਣੌਤ ਨੇ ਜਿਹੜੀ ਇੱਕ ਟਵੀਟ ਕੀਤੀ ਸੀ ਮਾਤਾ ਮਹਿੰਦਰ ਕੌਰ ਦੇ ਖਿਲਾਫ, ਉਹਦੇ 'ਚ ਅਸੀਂ ਸਰ ਕੰਪਲੇਂਟ ਫਾਈਲ ਕੀਤੀ ਹੋਈ ਸੀਗੀ ਕੰਗਨਾ ਰਣੌਤ ਤੇ 499/500 IPC ਦੇ ਤਹਿਤ, ਜਿਹੜੀ ਸਰ ਤਨਵੀ ਗੁਪਤਾ JMIC ਬਠਿੰਡਾ ਦੀ ਕੋਰਟ ਦੇ ਵਿੱਚ ਪੈਂਡਿੰਗ ਹੈ ਸਰ ਅੱਜ ਵਾਸਤੇ। ਉਹਦੇ ਵਿੱਚ ਸਰ ਅੱਜ ਕੰਪਲੇਨੈਂਟ ਦੀ ਐਵੀਡੈਂਸ ਹੋਣੀ ਸੀ ਜੀ, ਮਾਤਾ ਮਹਿੰਦਰ ਕੌਰ ਜੀ ਦੀ ਅੱਜ ਅਸੀਂ ਗਵਾਹੀ ਕਰਵਾਈ ਹੈ ਤੇ ਹੁਣ ਅੱਗੇ ਸਰ ਰਿਮੇਨਿੰਗ ਐਵੀਡੈਂਸ ਵਾਸਤੇ ਤੇ ਡਾਕੂਮੈਂਟਰੀ ਐਵੀਡੈਂਸ ਵਾਸਤੇ ਸਰ 14/1 ਡੇਟ ਰੱਖੀ ਹੈਗੀ ਕੋਰਟ ਨੇ। ਅੱਜ ਮਾਤਾ ਜੀ ਦੀ ਐਵੀਡੈਂਸ ਕਰਾ ਕੇ ਤੇ ਨਾਲ ਮਾਤਾ ਜੀ ਨਾਲ ਰਿਲੇਟਡ ਅਸੀਂ ਡਾਕੂਮੈਂਟਸ, ਇਹਨਾਂ ਦਾ ਆਧਾਰ ਕਾਰਡ, ਇਹਨਾਂ ਦੇ ਹਸਬੈਂਡ ਦਾ ਆਧਾਰ ਕਾਰਡ ਵਗੈਰਾ, ਉਹ ਸਾਰੀਆਂ ਚੀਜ਼ਾਂ ਕੋਰਟ ਦੇ ਵਿੱਚ ਟੈਂਡਰ ਕੀਤੀਆਂ ਜੀ। ਕੋਰਟ ਸਰ ਪਹਿਲਾਂ ਇਸ ਤੋਂ ਬਾਅਦ ਜਦੋਂ ਸਾਡੀ ਐਵੀਡੈਂਸ ਕਲੋਜ਼ ਹੁੰਦੀ ਹੈ ਸਰ, ਉਸ ਤੋਂ ਬਾਅਦ ਜੇ ਸਾਡੀ ਐਵੀਡੈਂਸ ਦੇ ਵਿੱਚ ਜੱਜ ਸਾਹਿਬ ਨੂੰ ਲੱਗਦਾ ਵੀ ਕੋਈ ਸੰਮਨ ਕਰਨਾ ਇਸ ਕੇਸ 'ਚ ਕੰਪਲੇਂਟ 'ਚ ਬਣਦਾ ਹੈ ਤਾਂ ਕੋਰਟ ਕੰਗਨਾ ਰਣੌਤ ਨੂੰ ਇਹਦੇ ਵਿੱਚ ਸੰਮਨ ਕਰੇਗੀ। ਹਰਿਆਣਾ ਦੇ ਕਰਨਾਲ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਹੈਲੀਕਾਪਟਰ ਨਾ ਉਤਰਨ ਦੇਣ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕੀਤਾ ਹੈ। ਜਥੇਬੰਦੀਆਂ ਦੇ ਯੂਥ ਵਿੰਗ ਦੇ ਆਗੂ ਰਵੀ ਆਜ਼ਾਦ ਮੁਤਾਬਕ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੂਬੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਣੇ ਹੋਰਨਾਂ ਕੈਬਨਿਟ ਮੰਤਰੀਆਂ ਨੂੰ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਦਿੱਲੀ ਦੀਆਂ ਹੱਦਾਂ ਤੇ ਚੱਲ ਰਹੇ ਸੰਘਰਸ਼ ਵਾਂਗ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ JJP ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਰਿਆਣਾ ਦੇ ਪਿੰਡਾਂ 'ਚ ਕਿਸਾਨਾਂ ਨੂੰ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਦੇ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਯੂਥ ਵਿੰਗ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸੂਬੇ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਣੇ ਹੋਰਨਾਂ ਕੈਬਨਿਟ ਮੰਤਰੀਆਂ ਨੂੰ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਜਥੇਬੰਦੀ ਦੇ ਯੂਥ ਵਿੰਗ ਦੇ ਆਗੂ ਰਵੀ ਆਜ਼ਾਦ ਨੇ ਦੱਸਿਆ ਕਿ ਇਹ ਫੈਸਲਾ ਲੰਘੀ ਸ਼ਾਮ ਹਰਿਆਣਾ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਉੱਤੇ ਕੀਤੀ ਬੈਠਕ ਵਿੱਚ ਲਿਆ। ਉਹਨਾਂ ਦੱਸਿਆ ਕਿ ਦਿੱਲੀ ਦੀਆਂ ਹੱਦਾਂ ਉੱਤੇ ਚੱਲ ਰਹੇ ਸੰਘਰਸ਼ ਵਾਂਗ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ JJP ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਜਿਸ ਤਰ੍ਹਾਂ ਕਰਨਾਲ ਦੇ ਪਿੰਡ ਕੈਮਲਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ ਹੈ, ਉਸੇ ਤਰ੍ਹਾਂ ਭਵਿੱਖ ਵਿੱਚ ਵੀ ਭਾਜਪਾ ਅਤੇ JJP ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਅੰਬਾਲਾ ਅਤੇ ਪੰਚਕੂਲਾ ਵਿੱਚ ਮੁੱਖ ਮੰਤਰੀ ਅਤੇ ਉਚਾਣਾ ਵਿੱਚ ਉਪ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾ ਚੁੱਕਾ ਹੈ। जो हरियाणा सरकार के मुख्यमंत्री, उप मुख्यमंत्री और जितने भी मंत्री हैं 26 जनवरी को अलग अलग जिला हेडक्वार्टर पर झंडा फहराएंगे और उनके बाईकाट का ऐलान हुआ। जब तक किसान आंदोलन चलेगा, जो पहले की घोषणा है भाजपा और जजपा के नेताओं की, बाईकाट उनका बहिष्कार जारी रहेगा। मुख्यमंत्री हो चाहे उप मुख्यमंत्री हो, आपके रोहतक में प्रदेश के कृषि मंत्री JP दलाल, भिवानी में बिजली मंत्री रणजीत चौटाला, किसी को भी तिरंगे नहीं फहराने दिए जाएंगे, इनका बहिष्कार करेंगे। और बहुत सारे जिलों में तैयारियां शुरू हो चुकी हैं, बहुत बड़े बड़े ट्रैक्टर मार्च, विरोध प्रदर्शन, साथ में दिल्ली भी तैयारी रखेंगे। और यहां भी इन भाजपा जजपा वालों को तिरंगे के हाथ नहीं लगाने देंगे, क्योंकि अन्नदाता सड़कों पे है और अन्नदाता सड़कों पे है। देश भक्त किसान है जो सड़कों के ऊपर बैठ के मर रहा। देश भक्त वो लोग नहीं है जो झूठ बोल करके सरकारें चलाते हैं और राजनीति करते हैं। इसलिए बाईकाट रहेगा और हमारी कोशिश और प्रयास है कि एक दिन पहले ही जो है
अगर सरकार ने जबरदस्ती कहीं भी करी तो एक दिन पहले ही हम उस जिले को चारों तरफ से सील करने का काम करेंगे और हर संभव तौर पर इसको नहीं होने दिया जाएगा। 26 जनवरी के कार्यक्रम को ये सरकार नोट कर ले इस बात को। ਰਵੀ ਆਜ਼ਾਦ ਨੇ ਦੱਸਿਆ ਕਿ ਹਰਿਆਣਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਗਣਤੰਤਰ ਦਿਵਸ ਮੌਕੇ ਕੱਢੀ ਜਾਣ ਵਾਲੀ ਟਰੈਕਟਰ ਮਾਰਚ ਪਰੇਡ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਇਸ ਲਈ ਸੂਬੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਹਰ ਪਿੰਡ ਵਿੱਚੋਂ 10 ਟਰੈਕਟਰ ਅਤੇ ਹਰ ਘਰ ਵਿੱਚੋਂ ਇੱਕ ਜਣਾ ਦਿੱਲੀ ਪਰੇਡ ਵਿੱਚ ਹਿੱਸਾ ਲਵੇ। ਉਹਨਾਂ ਦੱਸਿਆ ਕਿ 26 ਜਨਵਰੀ ਨੂੰ ਹਰਿਆਣਾ ਵਿੱਚ ਵੀ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। आज पत्रकार वार्ता में मुख्य जो मुद्दा है वो दिल्ली कूच का जो 26 जनवरी का सरकारी परेड की जगह किसान परेड, एक तो उसके लिए पूरे हरियाणा भर में आज से जन जागरण अभियान, गांव-गांव में जन जागृति अभियान शुरू किया गया और हमने संकल्प लिया है कि कम से कम हर गांव से 10 ट्रैक्टर दौड़ेंगे और जिस प्रकार का किसानों का उत्साह है उस हिसाब से हमें लगता है कि प्रत्येक ट्रैक्टर हरियाणा का उस दिन सड़कों के ऊपर होगा, तिरंगे के साथ होगा और दिल्ली में जाने के लिए 23 तारीख को ही तय कर दिया गया है, 23 जनवरी कि 23 जनवरी को ही हम दिल्ली के लिए निकल लेंगे और अपनी परेड की रिहर्सल भी हो चुकी है 7 जनवरी को। ਦੱਸ ਦਈਏ ਕਿ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਖਿਲਾਫ ਰੋਹ ਵਧਦਾ ਜਾ ਰਿਹਾ ਹੈ। ਇਸ ਤਹਿਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਵੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਖ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਨੇ। ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ 26 ਜਨਵਰੀ ਤੱਕ ਜੇਕਰ ਖੇਤੀ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਇਸ ਚਿੱਠੀ ਨੂੰ ਉਹਨਾਂ ਦਾ ਅਸਤੀਫਾ ਸਮਝਿਆ ਜਾਵੇ। ਅਭੈ ਚੌਟਾਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੁਣ ਤੱਕ 8 ਵਾਰ ਬੈਠਕ ਹੋ ਚੁੱਕੀ ਹੈ ਜੋ ਕਿ ਬੇਸਿੱਟਾ ਰਹੀ ਹੈ। ਉਹਨਾਂ ਕਿਹਾ ਕਿ ਮੈਂ ਅਜਿਹੇ ਹਾਲਾਤਾਂ 'ਚ ਵਿਧਾਨ ਸਭਾ 'ਚ ਆਪਣੀ ਮੌਜੂਦਗੀ ਨੂੰ ਮਹੱਤਵ ਨਹੀਂ ਦਿੰਦਾ। ਚਿੱਠੀ ਦੇ ਵਿੱਚ ਅਭੈ ਚੌਟਾਲਾ ਨੇ ਖੁਦ ਨੂੰ ਦੇਵੀ ਲਾਲ ਦੀ ਵਿਰਾਸਤ ਦਾ ਰਖਵਾਲਾ ਦੱਸਿਆ। ਅਭੈ ਚੌਟਾਲਾ ਨੇ ਕਿਹਾ ਕਿ ਪਿਛਲੇ 1.5 ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਭਿਆਨਕ ਠੰਡ ਅਤੇ ਬਰਸਾਤੀ ਮੌਸਮ ਵਿੱਚ ਫਸੇ ਹੋਏ ਨੇ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਇਹ ਤਿੰਨੋਂ ਖੇਤੀਬਾੜੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸੇ ਵੀ ਕਿਸਾਨ ਸੰਗਠਨ ਨਾਲ ਸਲਾਹ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਕਿਸਾਨ ਸੰਗਠਨ ਨੇ ਅਜਿਹੇ ਬਿੱਲ ਲਿਆਉਣ ਦੀ ਮੰਗ ਕੀਤੀ। ਚੌਟਾਲਾ ਨੇ ਕਿਹਾ ਕਿ ਸਰਕਾਰ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣਾ ਕਿਸਾਨਾਂ ਦੀ ਮੰਗ ਦੇ ਬਾਵਜੂਦ ਇਹ ਤਿੰਨੋਂ ਕਾਨੂੰਨ ਰੱਦ ਨਹੀਂ ਕਰ ਰਹੀ। ਕਿਸਾਨ ਅੰਦੋਲਨ ਕਰਕੇ ਅਡਾਨੀ ਗਰੁੱਪ ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਕੰਟਰੈਕਟ ਫਾਰਮਿੰਗ ਦੇ ਖੇਤਰ ਵਿੱਚ ਨਹੀਂ ਆਏਗੀ। ਕੰਪਨੀ ਨੇ ਕਿਹਾ ਕਿ ਅਡਾਨੀ ਗਰੁੱਪ ਦਾ ਭਵਿੱਖ 'ਚ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਤੋਂ ਪਹਿਲਾਂ ਰਿਲਾਇੰਸ ਦੇ ਵੀ ਸਪਸ਼ਟ ਕੀਤਾ ਸੀ ਕਿ ਉਹ ਕੰਟਰੈਕਟ ਫਾਰਮਿੰਗ ਨਹੀਂ ਕਰਨਗੇ। ਅਡਾਨੀ ਐਗਰੀ ਲੌਜਿਸਟਿਕ ਵਿਰੁੱਧ ਚੱਲ ਰਹੇ ਪ੍ਰਚਾਰ ਉੱਤੇ ਪਹਿਲੀ ਵਾਰ ਖੁੱਲ੍ਹ ਕੇ ਆਪਣੀ ਗੱਲ ਰੱਖਦਿਆਂ ਪੁਨੀਤ ਮਹਿੰਦੀ ਰੱਤਾ ਨੇ ਕਿਹਾ ਕਿ ਅਡਾਨੀ ਐਗਰੀ ਲੌਜਿਸਟਿਕਸ ਕਿਸਾਨਾਂ ਤੋਂ ਕੋਈ ਅਨਾਜ ਨਹੀਂ ਖਰੀਦੀ। ਕੇਂਦਰ ਸਰਕਾਰ ਨੇ ਭਾਰਤੀ ਖੁਰਾਕ ਨਿਗਮ ਰਾਹੀਂ ਸਾਲ 2005 'ਚ ਵੱਖੋ ਵੱਖਰੇ ਰਾਜਾਂ ਵਿੱਚ ਅਨਾਜ ਸਾਈਲੋਜ਼, ਰੇਲਵੇ ਸਾਈਡਿੰਗ ਤੇ ਬਲਕ ਟ੍ਰੇਨ ਦੇ ਨਿਰਮਾਣ ਲਈ ਗਲੋਬਲ ਟੈਂਡਰ ਵਾਸਤੇ ਨਿੱਜੀ ਕੰਪਨੀਆਂ ਤੋਂ ਅਰਜ਼ੀਆਂ ਮੰਗਵਾਈਆਂ ਸਨ ਜਿਨ੍ਹਾਂ 'ਚ ਦੇਸ਼ ਤੇ ਦੁਨੀਆ ਦੀਆਂ ਵੱਖੋ ਵੱਖਰੀਆਂ ਵੱਡੀਆਂ ਕੰਪਨੀਆਂ ਨੇ ਹਿੱਸਾ ਲਿਆ ਸੀ। ਅਡਾਨੀ ਨੇ ਕਿਉਂਕਿ ਸਭ ਤੋਂ ਘੱਟ ਰੇਟ ਕੋਟ ਕੀਤੇ ਸਨ ਜਿਸ ਕਰਕੇ ਉਸ ਨੂੰ ਪ੍ਰੋਜੈਕਟ ਲਾਉਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਹੀ ਸਾਲ 2005 'ਚ ਅਡਾਨੀ ਐਗਰੀ ਲੌਜਿਸਟਿਕਸ ਦਾ ਜਨਮ ਹੋਇਆ। ਮਹਿੰਦੀ ਰੱਤਾ ਵੱਲੋਂ ਬਿਆਨ 'ਚ ਇਹ ਵੀ ਕਿਹਾ ਗਿਆ ਕਿ ਅਡਾਨੀ ਗਰੁੱਪ ਦਾ ਭਵਿੱਖ 'ਚ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ ਹੈ। 26 ਜਨਵਰੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ 'ਚ ਹੋਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਅੱਜ ਬਟਾਲਾ 'ਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮਾਰਚ 'ਚ ਕਿਸਾਨਾਂ ਨੇ ਆਪਣੇ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਭਾਗ ਲਿਆ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ 26 ਜਨਵਰੀ ਨੂੰ ਉਹ ਦਿੱਲੀ ਵਿਖੇ ਇਤਿਹਾਸਕ ਮਾਰਚ ਕੱਢਣ ਜਾ ਰਹੇ ਨੇ। ਉਹਨਾਂ ਮੋਦੀ ਸਰਕਾਰ ਤੋਂ ਤੁਰੰਤ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਆਪਣੀ ਜਿੱਤ ਤੇ ਅੜੀ ਰਹੀ ਤਾਂ ਉਸ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਹੋਣਗੇ। ਕਿਸਾਨ ਜਥੇਬੰਦੀਆਂ ਵੱਲੋਂ ਅੱਜ ਬਟਾਲਾ ਦੇ ਪਿੰਡ ਦਾਬਾਂਵਾਲੀ ਤੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਇਸ ਟਰੈਕਟਰ ਮਾਰਚ ਵਿੱਚ ਸੈਂਕੜੇ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਸਮੇਤ ਭਾਗ ਲਿਆ। ਇਹ ਮਾਰਚ ਰਵਾਨਾ ਹੋਣ ਤੋਂ ਪਹਿਲਾਂ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਅੰਦੋਲਨ ਦੌਰਾਨ ਉਹਨਾਂ ਦੇ 60 ਤੋਂ ਵੀ ਵੱਧ ਸਾਥੀ ਸ਼ਹੀਦ ਹੋ ਚੁੱਕੇ ਨੇ ਜਿਨ੍ਹਾਂ ਦੀ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ। ਇਸ ਦੇ ਨਾਲ ਹੀ ਇਤਿਹਾਸ ਕਦੀ ਮੋਦੀ ਸਰਕਾਰ ਨੂੰ ਮੁਆਫ ਨਹੀਂ ਕਰੇਗਾ।
ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਸ਼ਹੀਦ ਸਾਥੀਆਂ ਨੂੰ ਉਸੇ ਤਰ੍ਹਾਂ ਯਾਦ ਰੱਖਣਗੇ ਜਿਸ ਤਰ੍ਹਾਂ ਜੰਗੀ ਸ਼ਹੀਦਾਂ ਨੂੰ ਰੱਖਿਆ ਜਾਂਦਾ ਹੈ। ਇਸ ਦੀ ਸਿੱਧੀ ਜ਼ਿੰਮੇਵਾਰੀ ਜੀ ਜਿਹੜੀ ਮੌਜੂਦਾ ਸਰਕਾਰ ਹੈ ਸੈਂਟਰ ਦੇ ਵਿੱਚ ਉਹਦੇ ਉੱਤੇ ਜਾਂਦੀ ਹੈ ਤੇ ਇਹ ਜਿਹੜੀਆਂ ਮੌਤਾਂ ਹੋ ਰਹੀਆਂ ਹਨ, ਇਹ ਮੌਤਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦਊਗਾ, ਇਹਨਾਂ ਨੂੰ ਯਾਦ ਕੀਤਾ ਜਾਊਗਾ। ਤੇ ਜਿਹੜਾ ਮੋਦੀ ਵਰਗੇ ਜਿਹੜੇ ਦਰਿੰਦੇ ਬੈਠੇ ਨੇ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਇਹਨਾਂ ਮੌਤਾਂ ਦਾ ਜਿਹੜਾ ਵਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਲਿਸਟ ਬਣਾ ਕੇ ਜਿੱਦਾਂ ਅਸੀਂ 71 ਦੀ ਲੜਾਈ ਦੇ ਜੰਗਾਂ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਇਸੇ ਤਰ੍ਹਾਂ ਇਹਨਾਂ ਨੂੰ ਵੀ ਯਾਦ ਕੀਤਾ ਜਾਊਗਾ, ਕਿਉਂਕਿ ਇਹ ਵੀ ਇੱਕ ਲੜਾਈ ਹੈ, ਇਹ ਵੀ ਇੱਕ ਯੁੱਧ ਚੱਲ ਰਿਹਾ ਹੈ, ਆਰ ਤੇ ਪਾਰ ਦੀ ਲੜਾਈ ਹੈ। ਹੁਣ ਇਸ ਵੇਲੇ ਦਿੱਲੀ ਦੇ ਵਿੱਚ ਅਸੀਂ ਆਰ ਤੇ ਪਾਰ ਦੀ ਲੜਾਈ ਮੋਦੀ ਨਾਲ ਲੜਨੀ ਹੈ, ਜਾਂ ਮੋਦੀ ਮੰਨ ਜੂ ਜਾਂ ਅਸੀਂ ਮਰ ਜਾਵਾਂਗੇ, ਵੇਖਾਂਗੇ ਕੀ ਹੁੰਦਾ ਆਉਣ ਵਾਲਾ ਸਮਾਂ ਦੱਸੇਗਾ। ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਜਦੋਂ ਕੋਈ ਇਨਸਾਨ ਖੁਦਕੁਸ਼ੀ ਕਰਦਾ ਹੈ। ਖੁਦਕੁਸ਼ੀ ਨਹੀਂ ਹੋਣੀ ਚਾਹੀਦੀ, ਪਰ ਇੱਕ ਬਹੁਤ ਵੱਡੀ ਮਜਬੂਰੀ ਹੈ ਇਸ ਵੇਲੇ ਕਿਸਾਨਾਂ ਦੀ ਕਿ ਖੁਦਕੁਸ਼ੀ ਹੋ ਰਹੀ ਹੈ। ਇਸ ਦੀ ਜ਼ਿੰਮੇਵਾਰੀ ਮੈਂ ਇਹ ਕਹੂੰਗਾ ਵੀ ਇਸ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਹਨ, ਜਿਹੜੀਆਂ ਵੀ ਕੋਰਟ ਦੀਆਂ ਧਾਰਾਵਾਂ ਇਹਨਾਂ ਉੱਤੇ ਲੱਗਣੀਆਂ ਚਾਹੀਦੀਆਂ ਹਨ ਤੇ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਇਹ ਮਾਰਚ 26 ਜਨਵਰੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ 'ਚ ਹੋਣ ਵਾਲੀ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਦੀ ਜਿੱਦ ਵਿਰੁੱਧ ਸਮਾਜ ਦੇ ਹਰ ਵਰਗ ਦੇ ਮਨਾਂ 'ਚ ਭਾਰੀ ਰੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗਣਤੰਤਰ ਦਿਵਸ ਵਾਲੇ ਦਿਨ ਪ੍ਰਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣਗੇ। ਇਸ ਦੇ ਨਾਲ ਹੀ ਉਨ੍ਹਾਂ ਲੋਹੜੀ ਵਾਲੇ ਦਿਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਵੀ ਐਲਾਨ ਕੀਤਾ। ਅਸੀਂ ਇਹ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਦੇ ਰੋਸ ਵਿੱਚ ਜੋ ਅੱਜ ਤੱਕ 49 ਦਿਨ ਹੋ ਗਏ ਸਾਡੇ ਕਿਸਾਨ ਉੱਥੇ ਬੈਠੇ ਆ, ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ, ਉਹਦੇ ਵਿਰੋਧ ਵਿੱਚ ਅਸੀਂ ਹੁਣ ਪਿੰਡਾਂ ਵਿੱਚ ਵੱਡੀ ਲਾਮਬੰਦੀ ਕਰ ਰਹੇ ਹਾਂ ਵੀ ਆਪਾਂ ਪਿੰਡੋਂ ਪਿੰਡੀ ਜਾ ਕੇ ਮਾਰਚ ਕਰ ਰਹੇ ਹਾਂ। ਪਿੰਡਾਂ 'ਚੋਂ ਦੁਨੀਆ ਨੂੰ ਤਿਆਰ ਕਰ ਰਹੇ ਹਾਂ ਵੀ ਆਪਾਂ 26 ਜਨਵਰੀ ਤੋਂ ਪਹਿਲਾਂ ਦਿੱਲੀ ਪਹੁੰਚੀਏ ਤੇ ਉਹ ਜਿਹੜਾ ਮਾਰਚ ਵਾ ਉਹ ਆਪਾਂ 26 ਜਨਵਰੀ ਨੂੰ ਟਰੈਕਟਰਾਂ ਦਾ ਕਰਨਾ ਵਾ। ਸੋ ਮੋਦੀ ਨੂੰ ਦੱਸ ਦੇਵਾਂਗੇ ਵੀ ਮੋਦੀ ਕੋਈ ਸਟੇਟ ਹੈਗੀ ਆ ਜੋ ਤੇਰਾ ਵਿਰੋਧ ਕਰਦੀ ਆ। ਇੰਨੀਆਂ ਸਟੇਟਾਂ 'ਚ ਇਹਨੇ ਕਿੰਨੇ ਕਾਨੂੰਨ ਵਾਏ, ਕਿਸੇ ਸਟੇਟ ਨੇ ਵਿਰੋਧ ਨਹੀਂ ਕੀਤਾ, ਪਰ ਅੱਜ ਪੂਰਾ ਹਿੰਦੁਸਤਾਨ ਜਿਹੜਾ ਉਹ ਪੰਜਾਬ ਦੇ ਨਾਲ ਵਾ ਤੇ ਸਾਨੂੰ ਪੂਰਾ ਇਹ ਹੱਕ ਵਾ, ਆਪਣੀ ਲੜਾਈ ਅਸੀਂ ਜਿੱਤਾਂਗੇ ਤੇ ਲੜ ਕੇ ਜਿੱਤਾਂਗੇ ਨਾ। ਲੋਹੜੀ ਦਾ ਇਹ ਆ ਵੀ ਜੋ ਲੋਹੜੀ ਆਪਾਂ ਅੱਗੇ ਮਨਾਉਂਦੇ ਹਾਂ, ਐਤਕਾਂ ਆਪਾਂ ਕਾਲੀ ਲੋਹੜੀ ਮਨਾ ਰਹੇ ਹਾਂ। ਲੋਹੜੀ ਵਾਲੇ ਦਿਨ ਆਪਾਂ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਵਿਰੋਧ ਕਰਾਂਗੇ ਮੋਦੀ ਸਰਕਾਰ ਦਾ। 26 ਜਨਵਰੀ ਜੋ ਵੱਡਾ ਮਾਰਚ ਕੱਢ ਰਿਹਾ ਉਹ ਮੈਂ ਪਹਿਲਾਂ ਵੀ ਕਹਿ ਚੁੱਕਾ ਵਾਂ ਵੀ ਪੂਰੇ ਪੰਜਾਬ 'ਚੋਂ, ਪੂਰੇ ਹਰਿਆਣੇ 'ਚੋਂ, ਪੂਰੇ ਦੇਸ਼ 'ਚੋਂ ਟਰੈਕਟਰ ਉੱਥੇ ਆ ਰਹੇ ਆ। ਬਹੁਤ ਵੱਡੀ ਤਾਦਾਦ ਟਰੈਕਟਰ ਆ ਜਾਣਗੇ, ਮੋਦੀ ਨੂੰ ਸੰਭਾਲਣੇ ਔਖੇ ਹੋ ਜਾਣਗੇ। ਸੋ ਅਸੀਂ ਉਹ ਜਿਹੜਾ ਮਾਰਚ ਵਾ ਨਾ 26 ਜਨਵਰੀ ਜਿਹੜੀ ਪਰੇਡ ਹੁੰਦੀ ਆ ਉਹ ਟਰੈਕਟਰਾਂ ਨਾਲ ਕਰਾਂਗੇ। ਦੱਸ ਦਈਏ ਕਿ ਇਹ ਟਰੈਕਟਰ ਮਾਰਚ ਕਰੀਬ 50 ਪਿੰਡਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਵਾਪਸ ਪਿੰਡ ਦਾਬਾਵਾਲੀ ਵਿਖੇ ਸਮਾਪਤ ਹੋਇਆ। ਇਸ ਮਾਰਚ ਰਾਹੀਂ ਪਿੰਡਾਂ ਦੇ ਲੋਕਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਬਾਰੇ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਨੂੰ ਦਿੱਲੀ ਚੱਲਣ ਦੀ ਅਪੀਲ ਕੀਤੀ ਗਈ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਇੱਕ ਦੁਖਦਾਈ ਖਬਰ ਮਲੋਟ ਤੋਂ ਸਾਹਮਣੇ ਆਈ ਹੈ, ਜਿੱਥੇ ਦੇ 2 ਕਿਸਾਨਾਂ ਦੀ ਦਿੱਲੀ ਧਰਨੇ ਦੌਰਾਨ ਮੌਤ ਹੋ ਗਈ। ਇਹਨਾਂ ਵਿੱਚੋਂ ਇੱਕ ਕਿਸਾਨ ਪਿੰਡ ਅਬੁੱਲ ਖੁਰਾਣੇ ਦਾ ਤੇ ਦੂਜਾ ਪਿੰਡ ਲੁੰਡੇਵਾਲਾ ਦਾ ਵਸਨੀਕ ਹੈ। ਕਿਸਾਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਿੰਡਾਂ ਦਾ ਮਾਹੌਲ ਗਮਗੀਨ ਬਣ ਗਿਆ ਅਤੇ ਲੋਕ ਉਹਨਾਂ ਦੇ ਘਰ ਅਫਸੋਸ ਜਤਾਉਣ ਲਈ ਪਹੁੰਚ ਰਹੇ ਨੇ। ਮਲੋਟ ਹਲਕੇ ਨਾਲ ਸੰਬੰਧਿਤ ਦਿੱਲੀ ਧਰਨੇ 'ਚ ਸ਼ਾਮਲ 2 ਕਿਸਾਨ ਦਮ ਤੋੜ ਗਏ ਨੇ। ਇਹਨਾਂ ਵਿੱਚੋਂ ਇੱਕ ਪਿੰਡ ਅਬੁੱਲ ਖੁਰਾਣਾ ਦਾ ਹਰਪਿੰਦਰ ਉਰਫ ਨੀਟੂ ਖਾਲਸਾ ਹੈ। ਕਿਸਾਨੀ ਝੰਡੇ ਵਿੱਚ ਲਪੇਟੀ ਘਰ ਆਈ ਹਰਪਿੰਦਰ ਸਿੰਘ ਦੀ ਮ੍ਰਿਤਕ ਦੇਹ ਦੇਖ ਕੇ ਸਾਰਾ ਪਰਿਵਾਰ ਤਾਹਾਂ ਮਾਰ ਕੇ ਰੋਣ ਲੱਗ ਪਿਆ ਤੇ ਨੇੜੇ ਖੜੇ ਹਰ ਵਿਅਕਤੀ ਦੀ ਅੱਖ ਨਮ ਹੋ ਗਈ। ਸ਼ਹੀਦ ਹਰਪਿੰਦਰ ਸਿੰਘ ਦੀ ਉਮਰ 46 ਸਾਲ ਦੇ ਕਰੀਬ ਸੀ। ਉਹ ਅਕਸਰ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਵਿਅਸਤ ਰਹਿੰਦਾ ਸੀ। ਮਿਲਣਸਾਰ ਹੋਣ ਕਰਕੇ ਇਲਾਕੇ ਵਿੱਚ ਹਰਪਿੰਦਰ ਸਿੰਘ ਦਾ ਚੰਗਾ ਨਾਮ ਸੀ, ਪਰ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਉਸ ਨੂੰ ਅਜਿਹਾ ਬੁਖਾਰ ਚੜ੍ਹਿਆ ਕਿ ਉਸ ਦੀ ਹਾਲਤ ਵਿਗੜ ਗਈ। ਹਰਪਿੰਦਰ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਕੁਝ ਦਿਨ ਜੇਰੇ ਇਲਾਜ ਰਹਿਣ ਮਗਰੋਂ ਲੁਧਿਆਣਾ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸ਼ਹੀਦ ਹਰਪਿੰਦਰ ਦਾ ਟਰੈਕਟਰ ਅੱਜ ਵੀ ਦਿੱਲੀ ਧਰਨੇ ਉੱਤੇ ਖੜਾ ਹੈ। ਹਾਂਜੀ, ਜੋ ਕਿ ਸਾਡੇ ਚਾਚਾ ਜੀ ਸਰਦਾਰ ਹਰਪਿੰਦਰ ਸਿੰਘ, ਜੋ ਕਿ ਜਦੋਂ ਤੋਂ ਕਿਸਾਨੀ ਸੰਘਰਸ਼ ਚੱਲਿਆ ਤਕਰੀਬਨ ਪੰਜਾਬ 'ਚ ਵੀ 1.5 ਮਹੀਨੇ ਤੋਂ ਕਿਸਾਨੀ ਸੰਘਰਸ਼ ਦੇ ਪਿੱਛੇ ਬਹੁਤ ਹੀ ਵੱਡਾ ਯੋਗਦਾਨ ਸੀ ਇਹਨਾਂ ਦਾ, ਜੋ ਕਿ ਤਕਰੀਬਨ ਜਦੋਂ ਦਿੱਲੀ ਵੱਲ ਨੂੰ ਕੂਚ ਹੋਏ ਕਿਸਾਨ, ਉਦੋਂ ਤੋਂ ਹੀ ਇਹ ਆਪਣਾ ਟਰੈਕਟਰ ਟਰਾਲੀ ਲੈ ਕੇ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਪਿੰਡ ਦੇ ਯੋਗਦਾਨ
ਸਾਰੇ ਪਿੰਡ ਦਾ ਯੋਗਦਾਨ ਪਵਾ ਕੇ ਨਾਲ ਪਹੁੰਚੇ। ਟਰੈਕਟਰ ਟਰਾਲੀ ਉੱਥੇ ਖੜਾ? ਹਾਂਜੀ, ਇਹਨਾਂ ਦਾ ਟਰੈਕਟਰ ਟਰਾਲੀ ਉੱਥੇ ਟਿਕਰੀ ਬਾਰਡਰ ਦਿੱਲੀ ਵਿਖੇ ਮੌਜੂਦ ਹੈ ਜੀ, ਅੱਜ ਵੀ ਉੱਥੇ ਹੀ ਖੜਾ ਹੋਇਆ ਜੀ। ਜੋ ਕਿ ਉਮਰ ਤਕਰੀਬਨ 46 ਸਾਲ ਹੈ ਜੀ ਇਹਨਾਂ ਦੀ। ਇੱਕ ਬੇਟਾ ਜੀ ਜੋ ਮੈਰਿਡ ਹੈ ਜੀ, ਤੇ ਇਹਨਾਂ ਨੂੰ ਉੱਥੇ ਤਕਰੀਬਨ 22-23 ਤਰੀਕ ਨੂੰ ਵਾਪਸ ਆਏ ਸੀ ਜੀ ਉੱਥੋਂ। ਠੰਡ ਕਾਰਨ ਜ਼ਿਆਦਾ ਤਬੀਅਤ ਵਿਗੜ ਗਈ ਸੀ ਜੀ। ਉਸ ਤੋਂ ਬਾਅਦ ਇਹਨਾਂ ਨੂੰ ਇੱਥੋਂ ਬਠਿੰਡੇ ਪ੍ਰੈਗਮਾ ਹਸਪੀਟਲ ਐਡਮਿਟ ਕਰਵਾਇਆ ਗਿਆ ਜੀ, ਜੋ ਕਿ ਉੱਥੇ ਤਬੀਅਤ ਜ਼ਿਆਦਾ ਵਿਗੜਨ ਕਾਰਨ ਇਹਨਾਂ ਨੂੰ ਅਪੋਲੋ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਜੀ। ਉੱਥੇ ਵੀ ਤਕਰੀਬਨ ਹਾਲਾਤ ਨਾਜ਼ੁਕ ਹੀ ਬਣੇ ਰਹੇ, ਕੋਈ ਸੁਧਾਰ ਨਹੀਂ ਹੋਇਆ ਜੀ। ਜੋ ਕਿ ਕੱਲ੍ਹ ਸ਼ਾਮ ਨੂੰ ਤਕਰੀਬਨ ਕਾਲ ਚਲਾਣਾ ਕਰ ਗਏ, ਜੋ ਕਿ ਇਹਨਾਂ ਦਾ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ। ਵੈਸੇ ਵੀ ਜੋ ਵੀ ਪਿੰਡ ਦੇ ਲੋਕ ਭਲਾਈ ਦੇ ਕੰਮ, ਧਾਰਮਿਕ ਸਮਾਜਿਕ ਕੰਮਾਂ ਵਿੱਚ ਇਹਨਾਂ ਦਾ ਵੱਧ ਚੜ੍ਹ ਕੇ ਹਿੱਸਾ ਰਿਹਾ ਜੀ, ਜੋ ਕਿ ਪਿੰਡ ਨੂੰ ਬਹੁਤ ਹੀ ਵੱਡਾ ਧੱਕਾ ਲੱਗਿਆ ਇਹਨਾਂ ਦੇ ਜਾਣ ਨਾਲ। ਜਦੋਂ ਹੀ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਉਦੋਂ ਦਾ ਹੀ ਇਹ ਉੱਥੇ ਸੀਗਾ। ਉਸ ਤੋਂ ਬਾਅਦ ਇੱਕ ਵਾਰ ਪਿੰਡ ਵੀ ਆਇਆ, ਫਿਰ ਚਲਿਆ ਗਿਆ ਸੀ। ਇਸ ਤੋਂ ਇਹਨੂੰ ਜਦੋਂ ਉੱਥੇ ਜ਼ਿਆਦਾ ਠੰਡ ਹੋਣ ਕਰਕੇ ਠੰਡ ਲੱਗੀ, ਬੁਖਾਰ ਹੁੰਦਾ ਰਿਹਾ, ਉੱਥੇ ਗੋਲੀ ਗਾਲੀ ਜਿਵੇਂ ਆਮ ਨੋਰਮਲ ਲੈਂਦਾ ਰਿਹਾ। ਫਿਰ ਪਿੰਡ ਆਇਆ, ਪਿੰਡ ਵੀ ਲਈ, ਫਿਰ ਬਠਿੰਡੇ ਲੈ ਗਏ। ਬਠਿੰਡੇ ਪ੍ਰੈਗਮਾ 'ਚ ਰਿਹਾ 5-4 ਦਿਨ, ਡਬਲ ਨਮੂਨੀਆ ਹੋ ਗਿਆ। ਉਹਨਾਂ ਨੇ ਲੁਧਿਆਣਾ ਰੈਫਰ ਕਰਤਾ। ਲੁਧਿਆਣੇ ਰੈਫਰ ਕਰਕੇ ਉਸ ਤੋਂ ਬਾਅਦ ਕੋਈ ਇਹਦੀ ਰਿਕਵਰੀ ਨਹੀਂ ਹੋਈ। ਉਸ ਤੋਂ ਬਾਅਦ ਉਹਨਾਂ ਨੇ ਕੱਲ੍ਹ ਜਵਾਬ ਦੇ ਦਿੱਤਾ ਅਤੇ ਕਿਸਾਨੀ ਸੰਘਰਸ਼ ਦੇ ਨਾਮ ਲੈ ਗਿਆ ਆਪਦੀ ਜ਼ਿੰਦਗੀ ਵਿਚਾਰਾ। ਸਾਰੇ ਸਾਂਝੇ ਕੰਮਾਂ 'ਚ ਤਾਂ ਸਭ ਤੋਂ ਵੱਧ ਚੜ੍ਹ ਕੇ ਜੋ ਵੀ ਸਾਂਝਾ ਕੰਮ ਗੁਰੂ ਘਰ ਦਾ, ਜੋ ਵੀ ਪਿੰਡਾਂ ਦਾ ਵਿਕਾਸ ਦਾ ਜੋ ਵੀ ਹੁੰਦਾ ਹੈ, ਸਭ ਤੋਂ ਪਹਿਲਾਂ ਮੂਹਰੀ ਹੁੰਦਾ ਸੀ। ਬੋਲਣ 'ਚ ਬੜੇ ਗਟਸ ਸੀ ਇਹਦੇ, ਜੋ ਵੀ ਹੈ ਮਤਲਬ ਸੱਚੇ ਸੁੱਚੇ ਮਨ ਦਾ ਸਾਫ਼ ਇਨਸਾਨ। ਇਸ ਦੇ ਨਾਲ ਹੀ ਮਲੋਟ ਦੇ ਪਿੰਡ ਲੂੰਡੇਵਾਲਾ ਦੇ ਜਗਦੀਸ਼ ਸਿੰਘ ਨਾਮ ਦੇ ਕਿਸਾਨ ਦੀ ਵੀ ਦਿੱਲੀ ਵਿੱਚ ਟਿਕਰੀ ਬਾਰਡਰ ਉੱਤੇ ਸੰਘਰਸ਼ ਦੌਰਾਨ ਮੌਤ ਹੋ ਗਈ। ਇਹ ਖਬਰ ਮਿਲਣ ਉਪਰੰਤ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਦੋਵੇਂ ਕਿਸਾਨਾਂ ਦੀ ਸ਼ਹਾਦਤ ਉੱਤੇ ਸਰਕਾਰ ਤੋਂ ਮੁਆਵਜ਼ੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਝਾੜ, ਅਦਾਲਤ ਨੇ ਕਿਹਾ ਅੰਦੋਲਨ 'ਚ ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਨੇ, ਸਰਕਾਰ ਕਾਨੂੰਨਾਂ ਤੇ ਰੋਕ ਲਾਏਗੀ ਜਾਂ ਫਿਰ ਕੋਰਟ ਕਰੇ ਕੋਈ ਹੁਕਮ ਜਾਰੀ। ਗਾਇਕ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਤੇ ਕਸੂਤੀ ਕਰੀ ਕੈਪਟਨ ਸਰਕਾਰ, ਕਿਸਾਨ ਜਥੇਬੰਦੀਆਂ ਨੇ ਦਿੱਤੀ ਸਰਕਾਰ ਨੂੰ ਚੇਤਾਵਨੀ, ਅੰਦੋਲਨ ਦੇ ਹੱਕ 'ਚ ਗੀਤ ਗਾਉਣ ਵਾਲੇ ਕਲਾਕਾਰਾਂ ਤੇ ਪਰਚੇ ਦਰਜ ਕਰਨ ਤੋਂ ਗੁਰੇਜ਼ ਕਰੇ ਸਰਕਾਰ, ਨਹੀਂ ਤਾਂ ਨਤੀਜੇ ਭੁਗਤਣ ਲਈ ਰਹੇ ਤਿਆਰ। ਬਜ਼ੁਰਗ ਮਹਿੰਦਰ ਕੌਰ ਤੇ ਟਿੱਪਣੀ ਕਰ ਬੁਰੀ ਫਸੀ ਕੰਗਨਾ ਰਣੌਤ, ਬੇਬੇ ਨੇ ਅੱਜ ਅਦਾਲਤ 'ਚ ਕੰਗਨਾ ਰਣੌਤ ਖਿਲਾਫ ਦਰਜ ਕਰਵਾਏ ਬਿਆਨ। 14 ਜਨਵਰੀ ਨੂੰ ਅਗਲੀ ਸੁਣਵਾਈ ਮੌਕੇ ਹੋ ਸਕਦਾ ਕੰਗਨਾ ਨੂੰ ਪੇਸ਼ ਹੋਣ ਦਾ ਨੋਟਿਸ ਜਾਰੀ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦਾ ਐਲਾਨ, 26 ਜਨਵਰੀ ਨੂੰ ਭਾਜਪਾ ਮੰਤਰੀਆਂ ਨੂੰ ਨਹੀਂ ਲਹਿਰਾਉਣ ਦਿੱਤਾ ਜਾਵੇਗਾ ਝੰਡਾ। ਇਨੈਲੋ ਵਿਧਾਇਕ ਅਭੈ ਸਿੰਘ ਚਟਾਲਾ ਵੀ ਕਿਸਾਨਾਂ ਦੇ ਹੱਕ 'ਚ ਉਤਰੇ, ਖੇਤੀ ਕਾਨੂੰਨ ਵਾਪਸ ਨਾ ਲੈਣ ਤੇ ਅਸਤੀਫਾ ਦੇਣ ਦੀ ਆਖੀ ਗੱਲ। ਅਤੇ ਕਿਸਾਨ ਅੰਦੋਲਨ ਦੀ ਵੱਡੀ ਜਿੱਤ, ਅੰਬਾਨੀ ਤੋਂ ਬਾਅਦ ਅਡਾਨੀ ਨੇ ਵੀ ਵੱਟਿਆ ਕੰਟਰੈਕਟ ਫਾਰਮਿੰਗ ਤੋਂ ਪਾਸਾ। ਅਡਾਨੀ ਦੀ ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਭਵਿੱਖ 'ਚ ਕੰਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਨਹੀਂ। ਇਸ ਦੇ ਨਾਲ ਹੀ ਮੈਨੂੰ ਯਾਨੀ ਮਨਪ੍ਰੀਤ ਕਾਲੋ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ।